ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠਾ। ਵਿਛੜਿਆ ਮਿਲੈ ਪ੍ਰਭੂ ਹਰ ਦਰਗਹਿ ਕਾ ਬਸੀਠਾ। ਤੇਰੇ ਕਵਣ ਕਵਣ ਗੁਣ ਕਹਿ ਕੈ ਗਾਵਾ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹਾਂ ਜੀ ਦੀ ਜੋਤ ਹਾਜ਼ਰ ਨਾਜ਼ਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਤਿਗੁਰਾਂ ਦੇ ਸਨਮੁਖ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਸਾਜ ਕੇ ਨਿਵਾਜੀ। ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਆਓ ਕੁਝ ਸਮੇਂ ਲਈ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਨਾਲ ਮਨ ਬਿਰਤੀਆਂ ਕਾਗਰ ਕਰਕੇ ਜੁੜ ਕਰਕੇ ਬੈਠਣ ਦੀ ਕਿਰਪਾਲਤਾ ਕਰੀਏ। ਸਮੇਂ ਔਰ ਸਵਾਸਾਂ ਨੂੰ ਸਫਲਾ ਕਰੀਏ। ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਕਰੀਏ। ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕਰੀਏ। ਆਪ ਸੰਗਤ ਨੇ ਜੋ ਹੁਣ ਤੱਕ ਲੜੀਵਾਰ ਸ਼ਬਦ ਵਿਚਾਰ ਕਥਾ ਗੁਰਬਾਣੀ ਸਰਵਣ ਕਰਨਾ ਕੀਤੀ ਹੈ, ਉਹ ਵਿਚਾਰ ਇਥੋਂ ਤੱਕ ਸੀ ਕਿ ਜਿਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰ ਜੀ ਕਲਗੀਧਰ ਗੁਰੂ ਸਾਹਿਬ ਜੀ ਇਧਰ ਪੌਂਟਾ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ, ਸ਼ਸ਼ੋਭਤ ਹੈ। ਔਰ ਜਿੱਥੇ ਪਾਪੀ ਫਤਿਹ ਸ਼ਾਹ ਭੀਮ ਚੰਦ ਰਾਜਾ ਕੇਸਰੀ ਚੰਦ ਹੋਰ ਇਦਾਂ ਦੀ ਮਾੜੀ ਸੋਚ ਮਤ ਵਾਲੇ ਜਿਹੜੇ ਰਾਜੇ ਨੇ, ਪਹਾੜੀ 22 ਧਾਰੀ ਰਾਜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜੰਗ ਯੁੱਧ ਕਰਨ ਵਾਸਤੇ ਪੂਰਨ ਤੌਰ ਤੇ ਤਿਆਰ ਬਰ ਤਿਆਰ ਹੋਏ ਨੇ। ਤੇ ਸਭ ਤੋਂ ਪਹਿਲਾਂ ਮੇਨ ਫਤਿਹ ਸ਼ਾਹ ਨੂੰ ਇਹ ਆਖਿਆ ਗਿਆ ਕਿ ਤੇਰਾ ਭਾਈ ਇਹ ਇਲਾਕਾ ਏ, ਤੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਚੜ੍ਹਾਈ ਕਰ। ਤੂੰ ਸਤਿਗੁਰੂ ਜੀ ਨੂੰ ਸਾਹਮਣੇ ਹੋ ਕੇ ਟੱਕਰ। ਤੇਰਾ ਹੱਕ ਬਣਦਾ, ਫਰਜ਼ ਬਣਦਾ, ਸਤਿਗੁਰ ਦੀ ਚੜ੍ਹਾਈ ਕਰ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਚੜ੍ਹਾਈ ਕਰਨ ਵਾਸਤੇ ਰਾਜਾ ਫਤਿਹ ਸ਼ਾਹ ਨੇ ਕਾਫੀ ਵੱਡੀ ਤਾਦਾਦ ਦੇ ਵਿੱਚ ਫੌਜ ਪ੍ਰਾਪਤ ਕੀਤੀ ਹੈ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰ ਦੇ ਚੜ੍ਹਾਈ ਕਰਨ ਦੀ ਵਿਚਾਰ ਬਣਾ ਕੇ ਸਤਿਗੁਰ ਦੇ ਸਨਮੁਖ ਕਾਫੀ ਵੱਡੀ ਗਿਣਤੀ ਦੇ ਵਿੱਚ ਫੌਜ ਲੈ ਕੇ ਉੱਥੋਂ ਤਿਆਰ ਹੋਇਆ। ਤੇ ਇਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰੂ ਜੀ ਨੇ ਭੰਗਾਣੀ ਦੀ ਧਰਤੀ ਤੇ, ਜਿੱਥੇ ਗਿਰੀ ਨਦੀ ਵਗਦੀ ਹੈ, ਨਾਲ ਜਮਨਾ ਨਦੀ, ਜਿਸ ਨਦੀ ਦਾ ਕਾਲੇ ਰੰਗ ਦਾ ਪਾਣੀ ਹੈ, ਤੇ ਇੱਥੇ ਰਾਮਪੁਰਾ ਨਗਰ ਹੈ ਨਜ਼ਦੀਕ। ਉਹ ਭੰਗਾਣੀ ਦੀ ਧਰਤੀ, ਜਿਸ ਧਰਤੀ ਦੇ ਉੱਤੇ ਬਹੁਤ ਵੱਡੀ ਜਿਹੜੀ ਇਦਾਂ ਦੀ ਵਿਚਾਰ ਹੈ, ਖੁੱਲਾ ਥਾਂ ਹੈ ਤੇ ਬਹੁਤ ਵੱਡਾ ਮੈਦਾਨ ਹੈ, ਜਿੱਥੇ ਕਾਫੀ ਵੱਡੀ ਫੌਜ ਦੀ ਗਿਣਤੀ ਸਮਾ ਸਕਦੀ। ਉਹ ਥਾਂ ਤੇ ਇਦਾਂ ਦਾ ਥਾਂ ਪ੍ਰਾਪਤ ਕੀਤਾ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰੂ ਜੀ ਨੇ ਵਿਚਾਰ ਕੀਤੀ ਹੈ
ਸਿੱਖਾਂ ਨੂੰ ਹੁਕਮ ਕੀਤਾ, ਸਿੱਖੋ ਜਿਹਨੂੰ ਭਾਈ ਸ਼ਸਤਰ ਬਸਤਰ ਚਾਹੀਦੇ ਨੇ, ਜਿੱਦਾਂ ਦੇ ਚਾਹੀਦੇ ਨੇ, ਜਿਵੇਂ ਦੀ ਵਿਚਾਰ ਚਾਹੀਦੀ ਉਹ ਭਾਈ ਪ੍ਰਾਪਤ ਕਰਕੇ ਜੰਗ ਜੁੱਧ ਦੇ ਮੈਦਾਨ ਦੇ ਵਿੱਚ ਪਾਪੀ ਨਾਲ, ਵੈਰੀ ਨਾਲ, ਲੋਹੇ ਨਾਲ ਲੋਹਾ ਟਕਰਾਉਣ ਵਾਸਤੇ ਤਿਆਰ ਬਰ ਤਿਆਰ ਹੋ ਜਾਓ। ਏਦਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਨੂੰ ਹੁਕਮ ਕੀਤਾ। ਉਸ ਵੇਲੇ ਹੁਣ ਸਾਰੇ ਸਿੱਖ ਹੈ ਜਿਹੜੇ ਇਹ ਗੱਲ ਸੁਣ ਕੇ ਬੜੇ ਖੁਸ਼ ਹੋਏ ਨੇ, ਬੜੇ ਆਨੰਦਿਤ ਹੋਏ ਨੇ ਕਿ ਜੰਗ ਜੁੱਧ ਦੇ ਵਿੱਚ ਪਾਪੀ ਨਾਲ ਸਾਹਮਣਾ ਕਰਨ ਵਾਸਤੇ ਪ੍ਰਾਪਤ ਹੋਏ ਆ, ਟਾਕਰਾ ਕਰਨ ਵਾਸਤੇ ਜੋ ਸੁਭਾਗ ਪ੍ਰਾਪਤ ਹੋਇਆ, ਉਹ ਬੜੇ ਖੁਸ਼ ਹੋਏ ਨੇ। ਤੇ ਆਪਣੇ ਆਪ ਦੇ ਵਿੱਚ ਉਹਨਾਂ ਦੇ ਹਿਰਦੇ ਵਿੱਚ ਇਦਾਂ ਦਾ ਆਨੰਦ ਪ੍ਰਾਪਤ ਹੋਇਆ ਜਿਵੇਂ ਕਿਸੇ ਘਰ ਦੇ ਵਿੱਚ ਕੋਈ ਵਿਆਹ ਆਨੰਦ ਕਾਰਜ ਦਾ ਕੋਈ ਸਮਾਂ ਹੋਵੇ, ਮੰਨ ਲਓ ਕੋਈ ਖੁਸ਼ੀ ਦਾ ਮਾਹੌਲ ਹੋਵੇ, ਆਨੰਦ ਬਣ ਜਾਂਦਾ ਨਾ ਕਿ ਫਲਾਣਾ ਦਿਨ ਨਿਯੁਕਤ ਕੀਤਾ ਗਿਆ ਉਹ ਵਿਆਹ ਦਾ, ਖੁਸ਼ੀ ਦਾ, ਕਿਸੇ ਪ੍ਰਕਾਰ ਕੋਈ ਵੀ ਸਮਾਗਮ ਦਾ। ਤੇ ਮਨੁੱਖ ਆਪਣੇ ਹਿਰਦੇ ਵਿੱਚ ਬੜੇ ਖੁਸ਼ੀ ਦੇ ਨਾਲ ਉਹ ਸਮੇਂ ਨੂੰ, ਤਰੀਕ ਨੂੰ, ਮਹੀਨੇ ਨੂੰ, ਦਿਨ ਨੂੰ, ਉਹ ਸਮੇਂ ਨੂੰ ਉਡੀਕ ਕਰਦਾ, ਕਦੋਂ ਸੁਭਾਗ ਪ੍ਰਾਪਤ ਹੋਵੇ, ਕਦੋਂ ਸਮਾਂ ਵੇਦਾਂ ਦੀ ਵਿਚਾਰ ਕਰਦਾ ਮਨੁੱਖ। ਹੁਣ ਸਤਿਗੁਰ ਦੇ ਗੁਰਸਿੱਖਾਂ ਨੇ ਜਿਹੜੇ ਮਹਾਰਾਜ ਜੀ ਵੱਡੇ, ਜਿਨ੍ਹਾਂ ਨੇ ਆਪਣੇ ਹਥੇਲੀ ਦੇ ਉੱਤੇ ਜਾਨਾਂ ਨਿਸ਼ਾਵਰ ਕਰਨ ਵਾਸਤੇ ਰੱਖੀਆਂ ਨੇ, ਸੀਸ ਆਪੋ ਆਪਣੇ ਥੇਲੀ ਤੇ ਲੈ ਕੇ ਤੁਰੇ ਫਿਰਦੇ ਨੇ ਸਤਿਗੁਰ ਦੇ ਸਨਮੁਖ। ਉਹ ਸਤਿਗੁਰ ਦੇ ਸਨਮੁਖ ਮਰਨ ਤੋਂ ਕਦਾਚਿਤ ਵੀ ਘਬਰਾਉਂਦੇ ਨਹੀਂ, ਡਰਦੇ ਨਹੀਂ, ਇਦਾਂ ਦੇ ਸਿੱਖ ਹੈ। ਹੁਣ ਗੁਰੂ ਸਤਿਗੁਰੂ ਕੋਲ ਭਾਵੇਂ ਥੋੜੀ ਫੌਜ ਹੈ, ਪਰ ਥੋੜੀ ਫੌਜ ਦੇ ਵਿੱਚ ਬਹੁਤ ਵੱਡਾ ਜਜ਼ਬਾ ਏ, ਬਹੁਤ ਵੱਡੀ ਤਾਕਤ ਹੈ, ਬਹੁਤ ਵੱਡੀ ਸਤਿਗੁਰ ਦੀ ਕਿਰਪਾ ਏ। ਹੁਣ ਇਹਨਾਂ ਥੋੜੀ ਫੌਜ ਦੇ ਵਿੱਚ ਕਹਿੰਦੇ 500 ਦੀ ਗਿਣਤੀ ਦੇ ਵਿੱਚ ਸਤਿਗੁਰੂ ਜੀ ਨੇ ਕੁਝ ਸਮਾਂ ਪਹਿਲਾਂ ਕੁਝ ਕੁ ਪਠਾਨ ਫੌਜ ਵਿੱਚ ਭਰਤੀ ਕੀਤੇ ਸਨ ਤਨਖਾਹ ਤੇ। ਉਹ ਜਿਹੜੀ 500 ਦੀ ਫੌਜ, ਉਹਦੇ ਵਿੱਚ 5 ਜਿਹੜੇ ਮੇਨ ਉਹ ਫੌਜ ਦੇ ਸਰਦਾਰ ਸਨ, ਬਾਕੀ ਸਾਰੀ ਫੌਜ ਨੂੰ ਮਹੀਨੇ ਦਾ 1-1 ਰੁਪਈਆ ਤਨਖਾਹ ਦਿੱਤੀ ਜਾਂਦੀ ਸੀ। ਤੇ ਜਿਹੜੇ ਮੇਨ ਉਹਨਾਂ ਦੇ ਫੌਜਦਾਰ ਸਨ ਉਹਨਾਂ ਨੂੰ 5-5 ਰੁਪਈਏ ਦਿੱਤੇ ਜਾਂਦੇ ਸਨ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਇਦਾਂ 500 ਦੀ ਗਿਣਤੀ ਵਿੱਚੋਂ ਫੌਜ ਰਹਿ ਕੇ ਜੰਗਾਂ ਜੁੱਧਾਂ ਦਾ ਅਭਿਆਸ ਕਰਦੀ, ਸਤਿਗੁਰ ਦੇ ਸਨਮੁਖੋਂ ਫੌਜ ਰਹਿੰਦੀ ਹੈ। ਇਦਾਂ ਗੁਰੂ ਸਤਿਗੁਰ ਦੀ ਕਿਰਪਾ ਰਹਿਮਤ ਬਣਦੀ, ਕਾਫੀ ਵੱਡੀ ਤਾਦਾਦ ਦੇ ਵਿੱਚੋਂ ਫੌਜ ਉੱਥੇ ਸਤਿਗੁਰ ਦੀ ਜੋ ਬਖਸ਼ਿਸ਼ ਰਹਿਮਤ ਪ੍ਰਾਪਤ ਕਰਦੀ ਹੈ। ਉਹਨਾਂ ਵਿੱਚੋਂ ਹੁਣ ਜਿਹੜੇ ਪਠਾਨ ਹੈ, ਜਿਨ੍ਹਾਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਰਹਿਮਤ ਨੂੰ ਜਾਣਿਆ ਨਹੀਂ, ਉਹਨਾਂ ਨੇ ਵੇਖਿਆ ਕਿ ਹੁਣ ਫਤਿਹ ਸ਼ਾਹ ਵੱਡੀ ਫੌਜ ਲੈ ਕੇ ਆ ਰਿਹਾ, ਉਹਦੇ ਕੋਲ ਇੰਨੀ ਫੌਜ ਹੈ, ਐਡੀ ਵੱਡੀ ਗਿਣਤੀ ਹੈ ਕਿ ਕਈ ਪਿੰਡਾਂ ਦੇ ਪਿੰਡ ਨਾਲ ਇਕੱਤਰ ਹੋ ਕਰਕੇ ਰਾਜਾ ਫਤਿਹ ਸ਼ਾਹ ਦੇ ਨਾਲ ਆ ਰਹੇ ਨੇ। ਉਹ ਜੰਗਾਂ ਜੁੱਧਾਂ ਦੇ ਅਭਿਆਸੀ ਹੈ, ਬਹੁਤ ਵਧੀਆ ਜੰਗ ਜੁੱਧ ਕਰਦੇ ਆ। ਇਹਨਾਂ ਪਠਾਣਾ ਨੇ ਗੁਰੂ ਸਾਹਿਬ ਦੀ ਵਿੱਚ ਜਿਹੜੇ 500 ਫੌਜਦਾਰ ਰਹਿੰਦੇ ਨੇ, ਇਹਨਾਂ ਨੇ ਵਿਚਾਰ ਕੀਤੀ। ਉਹ ਕਹਿਣ ਲੱਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਕੁਝ ਕੁ ਸਿੱਖ ਹੈ, ਹੁਣ ਜਿਹੜੀ ਫਤਿਹ ਸ਼ਾਹ ਦੀ ਫੌਜ ਹੈ ਉਹਦੇ ਅੱਗੇ ਸਤਿਗੁਰ ਦੀ ਫੌਜ ਤੇ ਇਦਾਂ ਜਿਵੇਂ ਆਟੇ ਵਿੱਚ ਲੂਣ ਹੈ, ਇਦਾਂ ਪ੍ਰਤੀਤ ਹੋਵੇਗਾ। ਤੇ ਥੋੜੀ ਫੌਜ ਨੂੰ ਤੇ ਛੇਤੀ ਦੇਣੇ ਮਲ ਕੇ ਸੁੱਟ ਦੇਣਗੇ ਰਣ ਖੇਤਰ ਵਿੱਚ, ਰਣ ਭੂਮੀ ਅੰਦਰ, ਬਹੁਤ ਵੱਡਾ ਨੁਕਸਾਨ ਹੋਵੇਗਾ। ਉਸ ਵਕਤ ਗੁਰੂ ਪਿਆਰਿਓ ਉਹਨਾਂ ਫੌਜਦਾਰਾਂ ਨੇ ਵਿਚਾਰ ਕੀਤੀ, ਪਠਾਣਾ ਨੇ ਜਿਹੜੇ ਸਤਿਗੁਰ ਦੇ ਸਨਮੁਖ 500 ਦੀ ਗਿਣਤੀ ਵਿੱਚ ਭਰਤੀ ਹੋਏ ਸਨ, ਉਹਨਾਂ ਨੇ ਵਿਚਾਰ ਕੀਤੀ ਹੁਣ ਇਉਂ ਕਰਨੇ ਆ, ਸਤਿਗੁਰੂ ਜੀ ਦੇ ਕੋਲ ਫੌਜ ਆਵੇਗੀ ਵੱਡੀ ਗਿਣਤੀ ਵਿੱਚ, ਇਹਨਾਂ ਨੂੰ ਮਲੀਆ ਮੇਟ ਕਰ ਦੇਵੇਗੀ, ਨੁਕਸਾਨ ਕਰ ਦੇਵੇਗੀ, ਮਾਰ ਮਕਾਉਣਗੇ।
ਸਾਡਾ ਇਹਨਾਂ ਫੌਜ ਅੱਗੇ ਕੁਝ ਬਣਨਾ ਨਹੀਂ, ਕੁਝ ਨਹੀਂ ਵਟਿਆ ਰਹਿਣਾ। ਇਉਂ ਕਰਦੇ ਸਤਿਗੁਰ ਤੋਂ ਛੁੱਟੀ ਲੈ ਕੇ ਚੱਲ ਵੜਦੇ ਆ, ਘਰਾਂ ਨੂੰ ਤੁਰ ਪੈਂਦੇ ਆ। ਐਵੇਂ ਨਿਆਈ ਮੌਤ ਮਰਾਂਗੇ। ਸਾਨੂੰ ਤੇ ਬਹੁਤਾ ਸਮਾਂ ਵੀ ਨਹੀਂ ਹੋਇਆ ਸਤਿਗੁਰ ਦੇ ਕੋਲ ਡਿਊਟੀ ਕਰਦੇ ਆ, ਨੌਕਰਦਾਰੀ ਕਰਦੇ ਆ। ਇਸ ਕਰਕੇ ਕੁਝ ਕੁ ਮਹੀਨੇ ਹੋਏ ਨੇ, ਤਨਖਾਹ ਪ੍ਰਾਪਤ ਕੀਤੀਆਂ, ਕੰਮ ਕੀਤੇ, ਤਨਖਾਹਾਂ ਲਈਆਂ ਨੇ। ਸਤਿਗੁਰ ਨੇ ਕਿਹੜਾ ਸਾਡੇ ਤੇ ਕੋਈ ਅਹਿਸਾਨ ਕੀਤਾ। ਇਸ ਕਰਕੇ ਸਤਿਗੁਰ ਜੀ ਨੂੰ ਛੱਡ ਕੇ ਆਪੋ ਆਪਣੇ ਘਰਾਂ ਨੂੰ ਤੁਰ ਪੈਂਦੇ ਆ, ਭੱਜ ਜਾਂਦੇ ਹਾਂ। ਸਤਿਗੁਰ ਦੇ ਸਨਮੁਖ ਨਹੀਂ ਰਹਿਣਾ। ਉਸ ਵੇਲੇ ਗੁਰੂ ਪਿਆਰਿਓ ਇਹਨਾਂ 500 ਪਠਾਣਾਂ ਨੇ ਸਤਿਗੁਰੂ ਜੀ ਦੇ ਨਾਲ ਧੋਖੇਬਾਜ਼ੀ ਕਰਨ ਦਾ ਪੂਰਨ ਤੌਰ ਤੇ ਇਰਾਦਾ ਬਣਾ ਲਿਆ। ਸਤਿਗੁਰੂ ਜੀ ਨੇ ਤੇ ਇਹਨਾਂ ਫੌਜਦਾਰ ਜਿਹੜੇ ਰੁਲਦੇ ਫਿਰਦੇ ਸਨ, ਇਹਨਾਂ ਨੂੰ ਪੱਲੇ ਨਾਲ ਲਾਇਆ, ਚਰਣੀ ਜੋੜਿਆ, ਇਹਨਾਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ। ਕਿਉਂਕਿ ਔਰੰਗਜ਼ੇਬ ਬਾਦਸ਼ਾਹ ਨੇ ਇਹਨਾਂ 500 ਫੌਜਦਾਰਾਂ ਨੂੰ ਆਪਣੀ ਫੌਜ ਦੇ ਵਿੱਚੋਂ ਕੱਢ ਦਿੱਤਾ ਸੀ ਤੇ ਇਹ ਤੁਰੇ ਫਿਰਦੇ ਸਨ ਰੁਜ਼ਗਾਰ ਪ੍ਰਾਪਤ ਕਰਨ ਵਾਸਤੇ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ 500 ਫੌਜਾਂ ਨੂੰ ਆਪਣੇ ਸਨਮੁਖ ਰੱਖਿਆ ਸੀ, ਰੁਜ਼ਗਾਰ ਦਿੱਤਾ ਸੀ। ਅੱਜ ਇਹਨਾਂ ਦਾ ਭਲਾ ਸਤਿਗੁਰ ਨੇ ਕੀਤਾ ਤੇ ਇਹ ਸਤਿਗੁਰੂ ਜੀ ਨੂੰ ਪਿੱਠ ਦਿਖਾ ਕੇ ਚੱਲੇ ਨੇ। ਔਖੀ ਘੜੀ ਦੇ ਵਿੱਚ ਸਤਿਗੁਰ ਦੇ ਸਨਮੁਖ ਸਤਿਗੁਰੂ ਜੀ ਤੋਂ ਬੇਮੁਖ ਹੋ ਕੇ ਚੱਲੇ ਨੇ। ਉਸ ਵਕਤ ਗੁਰੂ ਪਿਆਰਿਓ ਉਹਨਾਂ ਨੇ ਵਿਚਾਰ ਬਣਾਈ, ਕਹਿੰਦੇ ਆਓ ਕਰਨੇ ਸਤਿਗੁਰੂ ਜੀ ਤੋਂ ਛੁੱਟੀ ਲੈ ਕੇ ਚੱਲ ਵੜਨੇ ਆ। ਤੇ ਜੇ ਸਤਿਗੁਰੂ ਜੀ ਛੁੱਟੀ ਨਾ ਦੇਣ ਫਿਰ ਕਹਿੰਦੇ ਜ਼ਬਰਦਸਤੀ ਚਲੇ ਜਾਂਦੇ ਆ। ਕੋਈ ਬਹਾਨਾ ਬਣਾ ਕੇ, ਬਹਾਨਾ ਵੀ ਇਦਾਂ ਦਾ ਬਣਾਈਏ ਕਿ ਸਤਿਗੁਰੂ ਜੀ ਸਾਡੀ ਗੱਲ ਨੂੰ ਮੰਨ ਲੈਣ, ਪੂਰਨ ਤੌਰ ਤੇ ਵਿਚਾਰ ਕਰ ਲੈਣ, ਸੱਚੀ ਗੱਲ ਮੰਨ ਲੈਣ ਕਿ ਬਾਕੀ ਇਹਨਾਂ ਨੂੰ ਬਹੁਤ ਵੱਡਾ ਕੰਮ ਹੈ ਤੇ ਜਾਣ ਦਿੰਨੇ ਆ। ਉਸ ਵੇਲੇ ਉਹ ਵਿਚਾਰ ਬਣਾਉਣ ਲੱਗੇ ਨੇ। ਹੁਣ ਜਦੋਂ ਇਹ ਗੱਲ ਚੱਲਦੀ 500 ਪਠਾਣਾਂ ਦੇ ਵਿੱਚ ਇਦਾਂ ਦੀ ਵਿਚਾਰ ਘੁਸਰ ਮੁਸਰ ਹੋਣ ਲੱਗੀ, ਆਪਣੀ ਆਪ ਉਹ ਵਿਚਾਰ ਕਰਨ ਲੱਗੇ ਨੇ। ਤੇ ਉਹਨਾਂ ਦੇ ਵਿੱਚੋਂ ਇੱਕ ਪਠਾਨ ਹੈ ਕਾਲੇ ਖਾਂ। ਉਹ ਜਦੋਂ ਕਾਲੇ ਖਾਂ ਨੂੰ ਪਤਾ ਲੱਗਿਆ ਕਿ ਇਹ 500 ਪਠਾਨ ਜਿਨ੍ਹਾਂ ਨੇ ਸਤਿਗੁਰ ਦੇ ਸਨਮੁਖ ਰੁਜ਼ਗਾਰ ਪ੍ਰਾਪਤ ਕੀਤਾ, ਨੌਕਰੀ ਪ੍ਰਾਪਤ ਕੀਤੀ ਹੈ, ਸਤਿਗੁਰ ਨੇ ਇਹਨਾਂ ਨੂੰ ਪੱਲੇ ਨਾਲ ਲਾਇਆ। ਅੱਜ ਸਤਿਗੁਰ ਜੀ ਨੂੰ ਇਹਨਾਂ ਤੱਕ ਲੋੜ ਪਈ ਜੰਗ ਜੁੱਧ ਮੈਦਾਨ ਦੇ ਵਿੱਚ, ਰਣ ਖੇਤਰ ਅੰਦਰ ਜੂਝਣ ਦੀ, ਤੇ ਅੱਜ ਸਤਿਗੁਰ ਜੀ ਨੂੰ ਪਿੱਠ ਦਿਖਾ ਕੇ ਚੱਲੇ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬੇਮੁਖ ਹੋ ਕੇ ਚੱਲੇ ਨੇ। ਉਹ ਕਾਲੇ ਖਾਂ ਨੇ ਉਹਨਾਂ ਨੂੰ ਫਟਕਾਰਾਂ ਪਾਈਆਂ, ਕਹਿਣ ਲੱਗਾ ਉਹ ਦੇਖੋ ਤੁਸੀਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਬਹੁਤ ਵੱਡਾ ਧੋਖਾ ਕਰ ਰਹੇ ਹੋ, ਬਹੁਤ ਵੱਡੀ ਇਦਾਂ ਦੀ ਮਾੜੀ ਨੀਅਤ ਪ੍ਰਗਟ ਕਰ ਰਹੇ ਹੋ। ਇਸ ਕਰਕੇ ਤੁਸੀਂ ਇਦਾਂ ਨਾ ਕਰੋ, ਇਦਾਂ ਪਿੱਠ ਦਿਖਾ ਕੇ ਰਣ ਖੇਤਰ ਵਿੱਚੋਂ ਨਾ ਜਾਓ। ਜਿਹੜਾ ਸੂਰਮਾ ਰਣ ਖੇਤਰ ਵਿੱਚ ਇਦਾਂ ਪਿੱਠ ਦਿਖਾ ਕੇ ਜਾਂਦਾ, ਮੁੱਖ ਮੋੜ ਕੇ ਜਾਂਦਾ, ਉਹ ਸੂਰਮੇ ਨੂੰ ਮਿਹਣਾ ਏ। ਉਹ ਮਨੁੱਖ ਸੂਰਮਾ ਨਹੀਂ ਕਹਿਲਾਉਂਦਾ, ਨਰਕਾਂ ਦਾ ਅਧਿਕਾਰੀ ਬਣਦਾ ਏ। ਤੇ ਜੇਕਰ ਜੰਗ ਮੈਦਾਨ ਵਿੱਚ ਸਤਿਗੁਰ ਦੇ ਨਾਲ ਇਸ ਵਕਤ ਫੌਜਦਾਰ ਬਣ ਕੇ, ਫੌਜ ਬਣ ਕੇ ਬੈਰੀ ਨਾਲ ਜੂਝੋਗੇ ਤੇ ਸਤਿਗੁਰ ਦੀ ਕਿਰਪਾ ਹੋਵੇਗੀ, ਰਣ ਖੇਤਰ ਵਿੱਚ ਜਿੱਤ ਗਏ ਤੇ ਫਤਿਹ ਪ੍ਰਾਪਤ ਹੋਵੇਗੀ, ਇੱਜ਼ਤ ਮਾਣ ਪ੍ਰਾਪਤ ਹੋਵੇਗਾ। ਜੇਕਰ ਜੂਝਦੇ ਮਰ ਗਏ, ਫੱਟ ਖਾ ਕੇ ਚੜ੍ਹਾਈ ਕਰ ਗਏ, ਸ਼ਹੀਦ ਮੰਨੇ ਜਾਵੋਗੇ, ਸੱਚੀ ਦਰਗਾਹ ਦੇ ਵਿੱਚ ਤੁਹਾਨੂੰ ਇੱਜ਼ਤ ਮਾਣ ਸਤਿਕਾਰ ਪ੍ਰਾਪਤ ਹੋਵੇਗਾ। ਫਿਰ ਸਤਿਗੁਰ ਦੀ ਗੁਰਬਾਣੀ ਕਹਿੰਦੀ ਰੇ ਰੇ ਦਰਗਹਿ ਕਹੈ ਨਾ ਕੋ, ਆਓ ਬੈਠ ਆਦਰ ਸ਼ਬ ਦੇਉ ਸਾਰੀ, ਆਦਰ ਮਾਣ ਸਤਿਕਾਰ ਕਰਨਗੇ। ਕਿਸੇ ਪ੍ਰਕਾਰ ਕੋਈ ਫਟਕਾਰ ਪ੍ਰਾਪਤ ਨਹੀਂ ਹੋਵੇਗੀ, ਕਿਸੇ ਪ੍ਰਕਾਰ ਕੋਈ ਇਦਾਂ ਦੀ ਵਿਚਾਰ ਪ੍ਰਾਪਤ ਨਹੀਂ ਹੋਵੇਗੀ। ਇਸ ਕਰਕੇ ਤੁਸੀਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਇਹ ਦਗਾ ਨਾ ਕਮਾਓ। ਤੇ ਉਸ ਵੇਲੇ ਜਦੋਂ ਇਦਾਂ ਗੱਲ ਹੋਈ, ਕਹਿੰਦੇ ਉਸ ਵਕਤ ਹਿਆਤ ਖਾਨ ਬੋਲਿਆ, ਹਿਆਤ ਖਾਨ ਬੋਲਿਆ, ਕਹਿੰਦਾ ਦੇਖ ਬਈ ਤੂੰ ਆਪਣੀ ਜਿਹੜੀ ਇਮਾਨਦਾਰੀ ਹੈ, ਆਪਣੀ ਜ਼ਿੰਮੇਵਾਰੀ, ਆਪਣਾ ਪਿਆਰ ਗੁਰੂ ਪ੍ਰਤੀ ਤੂੰ ਆਪਣਾ ਸਾਂਭ ਕੇ ਰੱਖ।
सानू नहीं तेरे प्यार दी लोड़, सानू ने तेरियां गल्लां दी लोड़। ਜਿਹੜੀਆਂ तू गल्लां करने कमलियां गल्लां ने, ਐਵੇਂ मौत नूं जफ्फा पाउण वालियां गल्लां ने। अन्यायी मौत क्यों मरीए? सानू किहड़ा लम्मा समा होया तनख्वाह लैंदिਆਂ ਨੂੰ, कुछ महीने होए ने। सतगुर दा पहाड़ी राजिਆਂ ਨਾਲ ਵਿਗਾੜ ਪੈ ਚੁੱਕਿਆ। ਉਹ ਵੱਡੀ ਫੌਜ ਲੈ ਕੇ ਆਉਣਗੇ, ਇਉਂ ਪ੍ਰਤੀਤ ਹੋਵੇਗਾ ਜਿਵੇਂ ਹੜ੍ਹ ਦਾ ਪਾਣੀ ਜਕਦਮ ਆ ਕੇ ਛਲ ਮਾਰ ਕੇ ਸਭ ਕੁਝ ਨਾਲ ਬਹਾ ਕੇ ਲੈ ਜਾਂਦਾ ਨਾ। ਇਸੇ ਤਰ੍ਹਾਂ ਰਾਜਾ ਫਤਿਹ ਸ਼ਾਹ ਆਵੇਗਾ, ਵੱਡੀ ਫੌਜ ਲੈ ਕੇ ਆਵੇਗਾ, ਉਹ ਮੰਡ ਕੇ ਚੜ੍ਹੇਗਾ ਤੇ ਸਤਿਗੁਰ ਦੀ ਫੌਜ ਨੂੰ ਤੇ ਸਤਿਗੁਰ ਦੇ ਸਿੱਖਾਂ ਨੂੰ ਵਧੇਰੇ ਕਰਕੇ ਨੁਕਸਾਨ ਪਹੁੰਚਾ ਕੇ ਜਾਵੇਗਾ। ਹੁਣ ਸਤਿਗੁਰ ਦੇ ਸਿੱਖ ਏਦਾਂ ਦੇ ਆ ਜਿਨ੍ਹਾਂ ਨੂੰ ਜੰਗਾਂ ਯੁੱਧਾਂ ਬਾਰੇ ਕੁਝ ਨੌਲੇਜ ਨਹੀਂ, ਪਤਾ ਨਹੀਂ ਹੈ। ਇਹ ਤੇ ਲੰਗਰਾਂ ਦੀ ਸੇਵਾ ਕਰਨ ਵਾਲੇ, ਘੋੜਿਆਂ ਦੀ ਲਿੱਦ ਚੁੱਕਣ ਵਾਲੇ ਨੇ। ਇਹਨਾਂ ਨੂੰ ਜੰਗਾਂ ਯੁੱਧਾਂ ਬਾਰੇ ਕੀ ਪਤਾ। ਇਹ ਤੇ ਸਤਿਗੁਰੂ ਜੀ ਤੇ ਉਹਨਾਂ ਪਾਸੋਂ ਹਾਰੇ ਲਓ। ਜੰਗ ਯੁੱਧ ਮੈਦਾਨ ਦੇ ਵਿੱਚ ਸਤਿਗੁਰੂ ਜੀ ਹਾਰ ਜਾਵਣਗੇ, ਕਿਸੇ ਪ੍ਰਕਾਰ ਫਤਿਹ ਪ੍ਰਾਪਤ ਨਹੀਂ ਕਰਨਗੇ। ਸਤਿਗੁਰ ਦਾ ਬਟਿਆ ਨਹੀਂ ਰਹਿਣਾ ਕੁਝ। ਇਸ ਕਰਕੇ ਅਸੀਂ ਕਿਉਂ ਮਰੀਏ ਸਤਿਗੁਰ ਦੇ ਨਾਲ ਨਿਆਈ ਮੌਤ। ਉਹਨਾਂ 500 ਪਠਾਣਾ ਨੇ, ਫੌਜਦਾਰਾਂ ਨੇ ਇਦਾਂ ਸਲਾਹ ਮਸ਼ਵਰਾ ਕਰਕੇ ਉਥੋਂ ਜਾਣ ਦੀ ਰਣਨੀਤੀ ਬਣਾਈ ਹੈ, ਇਹ ਵਿਚਾਰ ਬਣਾਈ ਹੈ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰ ਤੋਂ ਬੇਮੁਖ ਹੋਣ ਲੱਗੇ ਨੇ। ਜਿਹੜਾ ਮਨੁੱਖ ਇਹਦਾ ਬੇਮੁਖ ਹੁੰਦਾ ਨਾ ਸਤਿਗੁਰ ਤੋਂ, ਉਹ ਕਦਾਚਿਤ ਵੀ ਸਤਿਗੁਰ ਤੋਂ ਸੁੱਖ ਪ੍ਰਾਪਤ ਨਹੀਂ ਕਰਦਾ, ਖੁਸ਼ੀ ਪ੍ਰਾਪਤ ਨਹੀਂ ਕਰਦਾ, ਆਨੰਦ ਨਹੀਂ ਪ੍ਰਾਪਤ ਕਰਦਾ। ਤੇ ਸਤਿਗੁਰ ਦੀ ਗੁਰਬਾਣੀ ਵੀ ਕਹਿੰਦੀ, ਬੇਮੁਖ ਹੋਏ RAM ਤੇ ਲਗਨ ਜਨਮ ਵਿਜੋਗ। ਉਹ ਜਨਮਾਂ ਦੇ ਵਿਜੋਗ ਦੇ ਵਿੱਚ ਲੱਗ ਜਾਂਦੇ ਜਿਹੜੇ ਸਤਿਗੁਰ ਤੋਂ ਬੇਮੁਖ ਹੋ ਜਾਂਦੇ ਨੇ। ਉਹਨਾਂ ਨੂੰ ਕਦਾਚਿਤ ਵੀ ਕੋਈ ਸੁੱਖ ਨਹੀਂ ਪ੍ਰਾਪਤ ਹੁੰਦਾ। ਉਹ ਸੁੱਖ ਨਹੀਂ ਮਾਣਦੇ, ਆਨੰਦ ਨਹੀਂ ਮਾਣ ਸਕਦੇ ਸਤਿਗੁਰ ਦੀ ਕਿਰਪਾ ਦਾ। ਇਸ ਕਰਕੇ ਹੁਣ ਕਾਲੇ ਖਾਂ ਨੇ ਸਮਝਾਇਆ। ਹਿਆਦ ਖਾਂ ਕਹਿਣ ਲੱਗਾ, ਨਹੀਂ ਬਈ ਸਾਨੂੰ ਨਹੀਂ ਤੇਰੀ ਹਮਦਰਦੀ ਦੀ ਲੋੜ, ਅਸੀਂ ਤੇ ਜਾਵਾਂਗੇ। ਉਸ ਵਕਤ ਉਹਨਾਂ ਨੇ ਵਿਚਾਰ ਬਣਾਈ। ਵਿਚਾਰ ਬਣਾ ਕੇ ਬਾਅਦ ਵਿੱਚ ਕਹਿੰਦੇ ਨਿਜਾਬਦ ਖਾਂ, ਭੀਖਣ ਖਾਂ, ਉਸ ਤੋਂ ਬਾਅਦ ਹਿਆਦ ਖਾਂ, ਇਹਨਾਂ ਸਾਰਿਆਂ ਨੇ ਇਹ ਵਿਚਾਰ ਬਣਾਈ। 500 ਫੌਜਦਾਰ ਉਹਨਾਂ ਨੂੰ ਨਾਲ ਲੈ ਲਿਆ। ਚਲੋ ਚਲੀਏ ਗੁਰੂ ਗੋਬਿੰਦ ਸਿੰਘ ਮਾਰ ਦੇ ਕੋਲ ਜਾ ਕੇ ਪੁਕਾਰ ਕਰੀਏ। ਕਹਿੰਦੇ ਕੀ ਵਿਚਾਰ ਬਣੀਏ, ਕੀ ਬਹਾਨਾ ਬਣਾਈਏ? ਉਹਨਾਂ ਨੇ ਬਹਾਨਾ ਬਣਾਇਆ, ਇਹ ਕਹਿ ਦਿਓ ਸਤਿਗੁਰੂ ਜੀ ਨੂੰ ਕਿ ਸਾਡੇ ਗ੍ਰਹਿ ਵਿਖੇ ਸਾਡੇ ਬੱਚਿਆਂ ਦਾ, ਧੀਆਂ ਪੁੱਤਾਂ ਦਾ ਜੋ ਵਿਆਹ ਆਨੰਦ ਕਾਰਜ ਹੈ, ਉਹਦੇ ਸੰਬੰਧ ਵਿੱਚ ਅਸੀਂ ਇੱਥੋਂ ਛੁੱਟੀ ਲੈ ਕੇ ਜਾਣੀ ਹੈ। ਸਾਡੀ ਛੁੱਟੀ ਮਨਜ਼ੂਰ ਕਰੋ ਤੇ ਸਾਨੂੰ ਜਾਣ ਦਿਓ। ਬਾਅਦ ਵਿੱਚ ਅਸੀਂ ਵਿਆਹ ਆਨੰਦ ਕਾਰਜ ਕਰਕੇ ਜੋ ਵੀ ਕਰਮ ਹੋਵੇਗਾ ਉਹ ਅਦਾ ਕਰਕੇ ਆਪ ਜੀ ਦੇ ਸਨਮੁਖ ਪਹੁੰਚ ਕੇ ਫਿਰ ਨੌਕਰੀ ਤੇ ਲੱਗ ਜਾਵਾਂਗੇ। ਇਹਨਾਂ ਦੀ ਇਹ ਮੱਤ ਸੀ, ਸੋਚ ਸੀ ਕਿ ਜਦੋਂ ਜੰਗ ਜੁੱਧ ਫਤਿਹ ਹੋ ਗਈ, ਜਾਂ ਸਤਿਗੁਰ ਦਾ ਨੁਕਸਾਨ ਹੁੰਦਾ ਜਾਂ ਫਾਇਦਾ ਹੁੰਦਾ, ਅਸੀਂ ਬਾਅਦ ਵਿੱਚ ਮੁੜ ਕੇ ਆ ਕੇ ਗੁਰੂ ਗੋਬਿੰਦ ਸਿੰਘ ਮਾਰ ਦੇ ਫੇਰ ਨੌਕਰੀ ਤੇ ਲੱਗ ਜਾਾਂਗੇ। ਔਖੇ ਵੇਲੇ ਗੁਰੂ ਸਤਿਗੁਰ ਦੇ ਨਾਲ ਨਹੀਂ ਖਲੋਣਾ, ਭਾਵੇਂ ਕੁਝ ਹੋ ਜੇ। ਇਹਨਾਂ ਨੇ ਵਿਚਾਰ ਬਣਾ ਲਈ। ਉਸ ਵਕਤ ਗੁਰੂ ਪਿਆਰਿਓ ਇਹ ਇਕੱਠੇ ਹੋ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰ ਦੇ ਕੋਲ ਪਹੁੰਚ ਗਏ। ਸਤਿਗੁਰ ਜੀ ਆਓ ਸਾਹਮਣੇ ਤਖਤ ਤੇ ਬਿਰਾਜਮਾਨ ਹੈ। ਉੱਚਾ ਤਖਤ ਸਤਿਗੁਰੂ ਜੀ ਦਾ ਸਜਿਆ ਬਿਰਾਜਮਾਨ ਹੋਏ ਨੇ। ਗੁਰੂ ਸਤਿਗੁਰ ਜੀ ਨੂੰ ਚੌਰ ਝੁੱਲ ਰਹੇ ਨੇ, 2 ਚਿੱਟੇ ਰੰਗ ਦੇ ਸੋਨੇ ਦੇ ਮੁੱਠਿਆਂ ਦੇ। ਸੋਨੇ ਦੇ ਮੁੱਠੇ ਲੱਗੇ ਨੇ, ਚਿੱਟੇ ਰੰਗ ਦੇ 2 ਚੌਰ ਸਾਹਿਬ ਸਤਿਗੁਰੂ ਜੀ ਨੂੰ ਖੱਬੇ ਸੱਜੇ ਝੁੱਲ ਰਹੇ ਨੇ। ਇਉਂ ਪ੍ਰਤੀਤ ਹੁੰਦਾ ਜਿਵੇਂ ਉਹ ਚਿੱਟੇ ਰੰਗ ਦੇ 2 ਹੰਸ ਸਤਿਗੁਰ ਦੇ ਇਰਦ ਗਿਰਦ ਉਡਾਰੀ ਮਾਰਦੇ ਨੇ, ਘੁੰਮਦੇ ਨੇ, ਉੱਤੋਂ ਦੀ ਉੱਡਦੇ ਫਿਰਦੇ। ਹੁਣ ਇਦਾਂ ਪ੍ਰਤੀਤ ਹੁੰਦਾ। ਸਤਿਗੁਰੂ ਜੀ ਸਾਹਮਣੇ ਸਿੰਘਾਸਨ ਤੇ ਬੈਠੇ, ਸੁੰਦਰ ਦਸਤਾਰ ਸਜਾਈ ਗੁਰੂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੁੰਦਰ ਸੀਸ ਦੇ ਉੱਤੇ। ਉਹ ਦਸਤਾਰ ਤੋਂ ਉਪਰੰਤ ਬਹੁਤ ਵਧੀਆ ਸੁੰਦਰ ਜਿਗਾ ਕਲਗੀ ਸਜਾਈ ਗੁਰੂ ਸਤਿਗੁਰ ਦੇ ਪਾਵਨ ਪਵਿੱਤਰ ਦਸਤਾਰ ਤੇ।
ਉਸ ਤੋਂ ਉਪਰੰਤ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਕੋਮਲ ਮੁਖੜਾ ਸੂਰਜ ਵਾਂਗੂ ਲਾਲ ਰੰਗ ਦਾ ਸਤਿਗੁਰੂ ਜੀ ਦਾ ਨੂਰ ਦਗ ਦਗ ਪਿਆ ਕਰਦਾ। ਸੁੰਦਰ ਮੁਖੜਾ ਹੈ, ਮੁਖੜੇ ਦੇ ਉੱਤੇ ਸੁੰਦਰ ਦਾੜਾ ਪ੍ਰਕਾਸ਼ਵਾਨ ਹੋਇਆ ਤੇ ਸਤਿਗੁਰ ਦੇ ਮੁਸ਼ਾਰੇ ਛੱਡੇ ਨੇ ਤੇ ਦੇਖਣ ਵਾਲੇ ਦੇ ਮਨ ਦੇ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਪ੍ਰਾਪਤ ਕਰਕੇ ਆਨੰਦ ਪ੍ਰਾਪਤ ਹੋ ਰਿਹਾ, ਖੁਸ਼ੀ ਪ੍ਰਾਪਤ ਹੋ ਰਹੀ। ਉਸ ਵਕਤ ਸਤਿਗੁਰ ਦੇ ਸੁੰਦਰ ਲੰਮਾ ਚੋਲਾ ਪਹਿਨਣਾ ਕੀਤਾ ਏ, ਉੱਪਰ ਸਤਿਗੁਰੂ ਜੀ ਨੇ ਸੁੰਦਰ ਸੁੱਚੇ ਮੋਤੀਆਂ ਦੀ ਮਾਲਾ ਪਹਿਨਣਾ ਕੀਤੀ ਹੈ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚੂੜੀਦਾਰ ਪਜਾਮਾ ਪਹਿਨਿਆ, ਜੋ ਚਰਨਾਂ ਦੇ ਵਿੱਚ ਪਾਵਨ ਪਵਿੱਤਰ ਸੁੰਦਰ ਜੂੜਾ ਪਹਿਨਿਆ। ਕੋਲੇ ਨਜ਼ਦੀਕ ਸਤਿਗੁਰ ਦੇ ਤੀਰ ਹੈ, ਪੱਥਾ ਭਰਿਆ ਤੀਰਾਂ ਦੇ ਨਾਲ, ਕਮਾਨ ਬਹੁਤ ਵਧੀਆ ਸਤਿਗੁਰ ਦੇ ਕੋਲ। ਨਜ਼ਦੀਕ ਸਤਿਗੁਰ ਦੇ ਇੱਕ ਸੁੰਦਰ ਬਾਜ ਹੈ, ਉਹ ਬਾਜ ਸਤਿਗੁਰ ਜੀ ਨੂੰ ਨਾਹਣ, ਇਧਰ ਨਾਹਣ ਦਾ ਰਾਜਾ ਏ, ਉਹਨੇ ਸਤਿਗੁਰੂ ਜੀ ਨੂੰ ਭੇਟਾ ਕੀਤਾ ਸੀ ਉਹ ਬਾਜ, ਤੇ ਸਤਿਗੁਰ ਦੇ ਕੋਲ ਸੁੰਦਰ ਬਾਜ ਪਕੜਿਆ ਹੋਇਆ। ਨਜ਼ਦੀਕ ਸਤਿਗੁਰ ਦੇ ਬਹੁਤ ਸੁੰਦਰ ਤਿੱਖੀ ਧਾਰ ਦੀ ਕਿਰਪਾਨ ਪਈ ਹੈ, ਕਮਰ ਕਸਾ ਕੀਤਾ ਸਤਿਗੁਰੂ ਜੀ ਦਾ। ਇਦਾਂ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜਿਹੜੀ ਸੋਭਾ ਸਿੰਘਾਸਨ ਤੇ ਬੈਠਿਆਂ ਦੀ ਬਹੁਤ ਜ਼ਿਆਦਾ ਪ੍ਰਫੁੱਲਤ ਹੋ ਰਹੀ ਹੈ। ਸਤਿਗੁਰੂ ਜੀ ਸਿੱਖਾਂ ਦੇ ਉੱਤੇ ਬਖਸ਼ਿਸ਼ਾਂ ਰਹਿਮਤਾਂ ਵਰਤਾ ਰਹੇ ਨੇ। ਜੋ ਵੀ ਸਤਿਗੁਰੂ ਨੇ ਸ਼ਿੰਗਾਰ ਕੀਤੇ ਨੇ ਤਨ ਦੇ ਉੱਤੇ, ਉਹ ਸ਼ਿੰਗਾਰ ਗੁਰੂ ਸਤਿਗੁਰੂ ਦੇ ਤਨ ਦੇ ਨਾਲ ਸੋਭ ਕੇ ਵਧੇਰੇ ਬਖਸ਼ਿਸ਼ ਰਹਿਮਤ ਪ੍ਰਾਪਤ ਕਰ ਰਹੇ ਨੇ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਦਾਂ ਜਦੋਂ ਸਿੰਘਾਸਨ ਦੇ ਉੱਤੇ ਬਿਰਾਜਮਾਨ ਹੈ, ਇਹ ਜਿਹੜੇ ਪਠਾਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਗਏ ਨੇ ਤੇ ਸਤਿਗੁਰੂ ਜੀ ਨੂੰ ਦੇਖ ਕੇ ਸਾਹਮਣੇ ਸਤਿਗੁਰ ਦਾ ਜਿਹੜਾ ਨੂਰ ਹੈ ਉਹਨੂੰ ਦੇਖ ਕੇ ਡਰ ਵੀ ਲੱਗਦਾ। ਹੁਣ ਜਿਹੜਾ ਆਮ ਮਨੁੱਖ ਹੈ ਉਹ ਸਤਿਗੁਰ ਦੇ ਦਰਸ਼ਨ ਕਿਵੇਂ ਕਰੇ, ਭਾਵ ਨਹੀਂ। ਜਿਹੜੀ ਰੂਹ ਰੱਬ ਦੇ ਰੰਗ ਦੇ ਵਿੱਚ ਰੰਗੀ ਹੈ ਨਾ ਪਿਆਰਿਓ, ਉਸ ਰੂਹ ਤੋਂ ਆਟੋਮੈਟਿਕਲੀ ਡਰ ਭੈ ਪ੍ਰਾਪਤ ਹੁੰਦਾ ਏ, ਡਰ ਲੱਗਣਾ ਸ਼ੁਰੂ ਹੋ ਜਾਂਦਾ। ਇਦਾਂ ਦੀ ਕਿਰਪਾ ਰਹਿਮਤ ਹੈ ਸਤਿਗੁਰੂ ਦੀ। ਜਿਹੜੀ ਰੂਹ ਰੱਬ ਦੇ ਰੰਗ ਵਿੱਚ ਰੰਗੀ ਹੈ ਉਹ ਤੋਂ ਭੈ ਆਉਣਾ ਸ਼ੁਰੂ ਹੋ ਜਾਂਦਾ, ਕਿਉਂਕਿ ਪ੍ਰਤਾਪ ਨੂਰ ਪਰਮਾਤਮਾ ਦਾ ਉਹਦੇ ਉੱਤੇ ਵਰਤਦਾ ਹੁੰਦਾ। ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਚਲੇ ਤੇ ਗਏ ਆ ਇਹ ਪਠਾਨ, ਮਨ ਵਿੱਚ ਡਰ ਹੈ, ਭੈ ਆ, ਸਤਿਗੁਰੂ ਜੀ ਕੀ ਕਹਿਣਗੇ, ਅੱਗੋਂ ਕੀ ਵਿਚਾਰ ਹੋਵੇਗੀ। ਸਾਹਮਣੇ ਦੇਖ ਕੇ ਸਤਿਗੁਰੂ ਦੀ ਬਖਸ਼ਿਸ਼ ਰਹਿਮਤ, ਸਤਿਗੁਰ ਦਾ ਪ੍ਰਤਾਪ ਦੇਖ ਕੇ ਬੜੇ ਹੈਰਾਨ ਹੋਏ ਨੇ, ਬੜੇ ਮਨ ਵਿੱਚ ਡਰ ਭੈ ਰੱਖ ਕੇ ਗਏ ਨੇ। ਗੱਲ ਕਹਿਣ ਨੂੰ ਵੀ ਫਿਰਦੇ ਤੇ ਕਹਿਣ ਨੂੰ ਜੀ ਵੀ ਨਹੀਂ ਕਰਦਾ, ਚਲੇ ਗਏ। ਸਤਿਗੁਰ ਨੇ ਪੁੱਛਿਆ, ਦੱਸੋ ਭਾਈ, ਤੁਸੀਂ ਐਡੀ ਵੱਡੀ ਗਿਣਤੀ ਵਿੱਚ ਇਕੱਤਰ ਹੋ ਕੇ ਆਏ ਹੋ, ਕੀ ਗੱਲ ਹੈ? ਵੈਸੇ ਸਤਿਗੁਰੂ ਜੀ ਜਾਣੀ ਜਾਣ ਨੇ, ਸਤਿਗੁਰੂ ਜੀ ਨੂੰ ਕੁਝ ਭੁੱਲਿਆ ਨਹੀਂ। ਸਤਿਗੁਰੂ ਜੀ ਤੋਂ ਕੋਈ ਵੀ ਮਨੁੱਖ ਲੁਕਾ ਕੇ ਛੁਪਾ ਕੇ ਨਹੀਂ ਰੱਖ ਸਕਦਾ। ਕਿਸੇ ਪ੍ਰਕਾਰ ਗੁਰੂ ਸਤਿਗੁਰੂ ਜੀ ਨੂੰ ਕਿਸੇ ਮਨੁੱਖ ਦੇ ਹਿਰਦੇ ਦੀ ਗੱਲ ਦਾ ਪਤਾ ਨਾ ਹੋਵੇ, ਇਹ ਤੇ ਹੋ ਹੀ ਨਹੀਂ ਸਕਦਾ। ਕਿਉਂਕਿ ਸਤਿਗੁਰੂ ਜੀ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਦੇ ਮਾਂ ਬਾਕ ਅਨੁਸਾਰ ਸਤਿਗੁਰੂ ਜੀ ਸਭ ਜਾਣਦੇ ਨੇ। ਸਤਿਗੁਰੂ ਜੀ ਨੂੰ ਸਾਰਾ ਗਿਆਨ ਤੇ ਕੌਣ ਕਿੱਦਾਂ ਦੀ ਵਿਚਾਰ ਲੈ ਕੇ ਆਇਆ, ਕਿਹਦੇ ਮਨ ਵਿੱਚ ਕਿੱਦਾਂ ਦੀ ਵਿਚਾਰ ਹੈ, ਕਿਹਦੇ ਮਨ ਵਿੱਚ ਕਿੱਦਾਂ ਦਾ ਪਾਪ ਹੈ, ਕਿਹਦੇ ਮਨ ਵਿੱਚ ਕਿੱਦਾਂ ਦਾ ਪੁੰਨ ਹੈ, ਕਿੱਦਾਂ ਦੀ ਸੋਚ ਹੈ, ਵਿਚਾਰ ਹੈ, ਇਹ ਸਾਰੀ ਸੋਝੀ ਨੌਲੇਜ ਹੈ ਗੁਰੂ ਸਤਿਗੁਰੂ ਜੀ ਨੂੰ। ਉਸ ਵਕਤ ਉਹ 500 ਦੇ ਪਠਾਨ ਗਿਣਤੀ ਵਿੱਚ ਸਤਿਗੁਰ ਦੇ ਕੋਲ ਪਹੁੰਚੇ। ਸਤਿਗੁਰੂ ਜੀ ਨੂੰ ਆਖਣ ਲੱਗੇ, ਸਤਿਗੁਰੂ ਜੀ ਸਾਡੀ ਬਹੁਤ ਵੱਡੀ ਜ਼ਰੂਰੀ ਅਰਜ਼ ਹੈ, ਬੇਨਤੀ ਹੈ, ਤੇ ਤੁਸੀਂ ਪ੍ਰਵਾਨ ਕਰੋ। ਉਸ ਵਕਤ ਆਖਣ ਲੱਗੇ, ਸਤਿਗੁਰੂ ਜੀ ਸਾਡੇ ਘਰ ਦੇ ਵਿੱਚ ਸਾਡੇ ਬੱਚੇ ਪੁੱਤਰੀਆਂ, ਪੁੱਤਰ ਕਿਸੇ ਦਾ ਪੁੱਤਰ ਹੈ, ਕਿਸੇ ਦੀ ਪੁੱਤਰੀ ਹੈ, ਉਹ ਵਿਆਹਣ ਦੇ ਲਾਇਕ ਹੋ ਗਈ, ਨਿਕਾਹ ਕਰਨ ਦੇ ਲਾਇਕ ਹੋ ਗਈ ਹੈ, ਤੇ ਤਰੀਕ ਵੀ ਘਰਦਿਆਂ ਨੇ ਰੱਖ ਲਈ ਹੈ।
ਸਮਾਂ ਵੀ ਨਜ਼ਦੀਕ ਆ ਚੁੱਕਿਆ ਤੇ ਸਾਨੂੰ ਹੁਣ ਜਾਣ ਦੀ ਇਜਾਜ਼ਤ ਦਿਓ। ਅਸੀਂ ਆਪਣੇ ਧੀਆਂ ਪੁੱਤਾਂ ਦੇ ਵਿਆਹ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਾਂ। ਤੇ ਜੇ ਨਹੀਂ ਗਏ, ਸਾਡੇ ਜਿਹੜੇ ਰਿਸ਼ਤੇਦਾਰ ਸਾਕ ਸੰਬੰਧੀ ਹੈ, ਅਮੀਰ ਖਾਨ ਜਿੰਨੇ ਵੀ ਉੱਥੋਂ ਦੇ ਅਮੀਰ ਹੈ, ਉਹਨਾਂ ਲੋਕਾਂ ਨੇ ਸਾਡੇ ਤੇ ਬਹੁਤ ਵੱਡਾ ਇਤਰਾਜ਼ ਕਰਨਾ। ਉਹਨਾਂ ਨੇ ਕਹਿਣਾ ਕਾਹਦੇ ਸਤਿਗੁਰ ਦੇ ਸਨਮੁਖ ਨੌਕਰੀ ਕਰਦੇ ਆਪਣੇ ਧੀਆਂ ਪੁੱਤਾਂ ਦੇ ਵਿਆਹ ਨਿਕਾਹ ਤੇ ਵੀ ਨਹੀਂ ਪਹੁੰਚ ਸਕੇ, ਕਾਹਦੇ ਕੰਮ ਕਾਜ ਦੇ ਵਿੱਚ ਲੱਗੇ ਨੇ। ਜਿਹੜਾ ਮਨੁੱਖ ਬਿਜ਼ਨਸਮੈਨ ਆ, ਭਾਵੇਂ ਕੋਈ ਨੌਕਰੀ ਕਰਦਾ, ਭਾਵੇਂ ਕੋਈ ਆਪਣਾ ਮੇਨ ਕਾਰਜ ਕਰਦਾ, ਉਸ ਮਨੁੱਖ ਨੂੰ ਸਭ ਤੋਂ ਪਹਿਲੇ ਆਪਣੇ ਪਰਿਵਾਰ ਦੀ ਦੁੱਖ ਤੇ ਸੁੱਖ ਦੀ ਵਿਚਾਰ ਕਰਨੀ ਪੈਂਦੀ, ਬਾਅਦ ਵਿੱਚ ਉਹਦਾ ਕੰਮ ਕਾਜ ਹੈ। ਇਦਾਂ ਦੀਆਂ ਗੱਲਾਂ ਕਰਨ ਲੱਗੇ। ਸਤਿਗੁਰੂ ਜੀ ਹੁਣ ਸਾਨੂੰ ਆਗਿਆ ਦਿਓ, ਅਸੀਂ ਆਪਣੇ ਧੀਆਂ ਪੁੱਤਾਂ ਦੇ ਵਿਆਹ ਵਿੱਚ ਜਾਣਾ ਵੀ ਜ਼ਰੂਰੀ ਹੈ। ਜੇ ਨਹੀਂ ਗਏ ਬਹੁਤ ਵੱਡਾ ਵਿਗਾੜ ਪੈ ਜਾਣਾ, ਰਿਸ਼ਤੇਦਾਰੀਆਂ ਵਿੱਚ ਬਹੁਤ ਵੱਡਾ ਨੁਕਸਾਨ ਬਣ ਜਾਣਾ। ਲੋਕ ਕਹਿਣਗੇ ਤੂੰ ਆਪਣੇ ਧੀ ਪੁੱਤ ਦੇ ਖੁਸ਼ੀ ਗਮੀ ਤੇ ਨਹੀਂ ਪਹੁੰਚ ਸਕਿਆ, ਹੁਣ ਪਹੁੰਚੇਗਾ ਕਿ ਜਿਉਂਦਾ ਜਾਗਦਾ ਨਹੀਂ ਪਹੁੰਚ ਸਕਿਆ। ਤੇਰੇ ਵਰਗਾ ਕਿਸੇ ਪ੍ਰਕਾਰ ਮਨੁੱਖ ਇਦਾਂ ਦਾ ਨਹੀਂ ਹੋ ਸਕਦਾ, ਉਹ ਇਦਾਂ ਮਿਹਣੇ ਮਾਰਨਗੇ। ਸਤਿਗੁਰੂ ਜੀ ਸਾਨੂੰ ਜਾਣ ਦਿਓ, ਇਜਾਜ਼ਤ ਦਿਓ, ਜਿੰਨਾ ਵੀ ਹਿਸਾਬ ਕਿਤਾਬ ਸਾਡਾ ਕਰ ਦਿਓ, ਜਿੰਨੀ ਤਨਖਾਹ ਜਿੰਨੇ ਦਿਨਾਂ ਦੀ ਬਣਦੀ ਮਹੀਨੇ ਵਿੱਚ, ਉਹ ਸਾਨੂੰ ਭੇਟ ਕਰ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੱਸ ਕੇ ਮੁਸਕਰਾ ਕੇ ਕਹਿਣ ਲੱਗੇ, ਕਿਉਂਕਿ ਜਾਣਦੇ ਸਨ ਇਹਨਾਂ ਦੇ ਦਿਲਾਂ ਦੀ ਖੋਟ ਨੂੰ। ਉਸ ਵਕਤ ਸਤਿਗੁਰੂ ਜੀ ਕਹਿਣ ਲੱਗੇ, ਕਹਿੰਦੇ ਭਾਈ ਜਿਹੜੀਆਂ ਗੱਲਾਂ ਤੁਸੀਂ ਕਰਨੇ ਹੋ ਅਸੀਂ ਜਾਣਨੇ ਸਭ ਕੁਝ, ਅਸੀਂ ਭੁੱਲੇ ਨਹੀਂ। ਉਸ ਵਕਤ ਸਤਿਗੁਰੂ ਜੀ ਕਹਿੰਦੇ ਤੁਹਾਡੇ ਮਨ ਦੀ ਗੱਲ ਹੋਰ ਹੈ, ਗੱਲ ਕਹਿੰਦੇ ਹੋਰ ਆ, ਸੋਚ ਤੁਹਾਡੀ ਹੋਰ ਹੈ, ਵਿਚਾਰ ਕੁਝ ਕਰਨੇ ਹੋਰ ਆ। ਸਤਿਗੁਰੂ ਜੀ ਕਹਿੰਦੇ ਜਿਹੜੀ ਤੁਹਾਡੀ ਮੱਤ ਹੈ, ਜਿਹੜੀ ਤੁਹਾਡੀ ਨੀਅਤ ਹੈ, ਅਸੀਂ ਜਾਣ ਚੁੱਕੇ ਹਾਂ। ਇਸ ਆਧਾਰ ਤੇ ਅਸੀਂ ਸੁਣਿਆ ਸੀ ਕਿ ਜਿਹੜੀ ਪਠਾਨਾਂ ਦੀ ਕੌਮ ਹੈ ਬੜੀ ਦਲੇਰ ਹੈ, ਬਹੁਤ ਵਧੀਆ ਕੌਮ ਹੈ, ਤੁਹਾਡੇ ਮਨੁੱਖ ਬਹੁਤ ਵਧੀਆ ਦਲੇਰ ਨੇ। ਪਰ ਕਹਿੰਦੇ ਅੱਜ ਸਾਬਤ ਹੋ ਗਿਆ ਤੁਸੀਂ ਕਿੰਨੇ ਕੁ ਦਲੇਰ ਹੋ, ਕਿੱਡੇ ਕੁ ਤੁਸੀਂ ਪਹੁੰਚੇ ਹੋਏ ਹੋ। ਕਹਿੰਦੇ ਦੇਖੋ ਬਈ, ਜੰਗ ਯੁੱਧ ਦੇ ਮੈਦਾਨ ਦੇ ਵਿੱਚ ਰਣ ਖੇਤਰ ਅੰਦਰ ਜਿਹੜਾ ਪਿੱਛਾ ਦਿਖਾ ਕੇ ਜਾਣਾ ਨਾ, ਇਹ ਸੂਰਮੇ ਨੂੰ ਮਿਹਣਾ। ਤੁਸੀਂ ਇਦਾਂ ਨਾ ਕਰੋ, ਜਿਹੜੇ ਕੰਮ ਕਾਜ ਬਾਅਦ ਵਿੱਚ ਕਰ ਲਿਓ। ਰਣ ਖੇਤਰ ਦੇ ਵਿੱਚ ਵੱਡੀ ਫਤਿਹ ਪ੍ਰਾਪਤ ਹੋਵੇਗੀ। ਪਾਪੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਮਾਰ ਕੇ ਬਾਅਦ ਵਿੱਚ ਜੋ ਕੰਮ ਕਾਜ ਹੈ ਤੁਹਾਡਾ ਉਹ ਉਸੇ ਮੁਤਾਬਕ ਕਰ ਲਿਓ। ਪਰ ਕਹਿੰਦੇ ਹੁਣ ਪਿੱਛਾ ਦਿਖਾ ਕੇ ਨਾ ਜਾਓ ਰਣ ਖੇਤਰ ਅੰਦਰ, ਇਹ ਨਾ ਕਹਿ ਕੇ ਜਾਓ ਕਿ ਸਾਨੂੰ ਕੰਮ ਕਾਜ ਬਹਾਨਾ ਲਾ ਕੇ ਨਾ ਜਾਓ। ਇੱਥੇ ਟਿਕੇ ਰਹੋ, ਸਤਿਗੁਰ ਦੀ ਕਿਰਪਾ ਰਹਿਮਤ ਵਰਤੇਗੀ। ਜੋ ਤੁਹਾਨੂੰ ਚਾਹੀਦਾ ਸੀ ਦੇਵਾਂਗੇ। ਬਸ ਰਣ ਖੇਤਰ ਦੇ ਅੰਦਰ ਕਹਿੰਦੇ ਇਦਾਂ ਪਿੱਛਾ ਦਿਖਾ ਕੇ ਮੱਥੇ ਤੇ ਕਲੰਕ ਲਾ ਕੇ ਨਾ ਜਾਓ, ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ ਬਾਅਦ ਵਿੱਚ। ਉਸ ਵਕਤ ਉਹਨਾਂ ਨੇ ਕਿਹਾ, ਕਹਿੰਦੇ ਨਹੀਂ ਜੀ ਸਾਨੂੰ ਜਾਣ ਦਿਓ, ਵਿਆਹ ਆਨੰਦ ਕਾਰਜ ਦਾ ਜਿੰਨਾ ਵੀ ਕੰਮ ਕਾਜ ਜੋ ਨਵੇੜ ਕੇ ਬਾਅਦ ਵਿੱਚ ਤੁਹਾਡੇ ਸਨਮੁਖ ਆ ਜਾਵਾਂਗੇ। ਉਸ ਵਕਤ ਉਹਨਾਂ ਨੇ ਆਖਿਆ ਸਤਿਗੁਰੂ ਜੀ ਜਾਣਾ ਜ਼ਰੂਰੀ ਹੈ। ਸਤਿਗੁਰੂ ਜੀ ਕਹਿੰਦੇ ਨਹੀਂ ਬਈ ਰਹੋ ਤੁਸੀਂ ਇੱਥੇ ਹੀ, ਜੇ ਤੁਸੀਂ ਚਲੇ ਗਏ ਤੇ ਬਾਅਦ ਵਿੱਚ ਤੁਹਾਡੀ ਜਿਹੜੀ ਵਿਚਾਰ ਹੈ ਬਹੁਤ ਔਖੀ ਹੋ ਜਾਣੀ। ਹੋ ਸਕਦਾ ਤੁਹਾਡੇ ਜਾਣ ਦੇ ਨਾਲ ਆ ਕਈ ਮਨੁੱਖਾਂ ਦੇ ਮਨ ਦੇ ਵਿੱਚ ਵੀ ਇਦਾਂ ਦੀ ਵਿਚਾਰ ਪ੍ਰਾਪਤ ਹੋ ਜਾਏ, ਉਹਨਾਂ ਦਾ ਮਨੋਬਲ ਵੀ ਗਿਰ ਜਾਏ, ਹੋ ਸਕਦਾ। ਹੁਣ ਇੱਥੇ ਸਤਿਗੁਰੂ ਦੇ ਸਨਮੁਖ ਸੰਸਾਰ ਦੇ ਜਿਹੜੇ ਲੋਕ ਨੇ ਪਿਆਰ ਕਰਨ ਵਾਲੇ, ਉਹ ਕਿੱਥੋਂ ਆਏ ਨੇ, ਕੋਈ ਕਿੱਥੋਂ ਆਇਆ, ਕੋਈ ਕਿਵੇਂ ਆਇਆ। ਸਤਿਗੁਰ ਦੇ ਸਨਮੁਖ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਸਿੱਖ ਸਰਦਾਰ ਜਿਹੜੇ ਨੇ, ਸਤਿਗੁਰ ਦੇ ਸ਼ਰਧਾਲੂ ਨੇ, ਪ੍ਰੇਮੀ ਨੇ, ਰਹਿੰਦੇ ਨੇ। ਤੇ ਜੇ ਤੁਸੀਂ ਚਲੇ ਗਏ ਉਹਨਾਂ ਦਾ ਮਨੋਬਲ ਵੀ ਥੱਲੇ ਗਿਰ ਸਕਦਾ, ਉਹਨਾਂ ਦੀ ਸੋਚ ਵਿਚਾਰ ਵੀ ਇਦਾਂ ਦੀ ਹੋ ਸਕਦੀ ਹੈ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਉਹਨਾਂ ਨੇ ਬੇਨਤੀ ਕੀਤੀ, ਕਹਿੰਦੇ ਨਹੀਂ ਜੀ ਜਾਣਾ ਜ਼ਰੂਰ ਬਣਦਾ, ਜਿਵੇਂ ਮਰਜ਼ੀ ਕਰੋ ਜਾਵਾਂਗੇ। ਸਤਿਗੁਰੂ ਜੀ ਨੇ ਆਖਿਆ, ਕਹਿੰਦੇ ਜੇਕਰ ਤੁਹਾਨੂੰ ਤਨਖਾਹ ਚਾਹੀਦੀ ਹੈ ਵੱਧ,
ਦੁੱਗਣੀ ਤਨਖਾਹ ਲੈ ਲਓ, ਵੱਡੀ ਤਨਖਾਹ ਲੈ ਲਓ, ਪਰ ਜਾਇਓ ਨਾ। ਜੇਕਰ ਤੁਹਾਡੀ ਤਨਖਾਹ ਫੌਜਦਾਰਾਂ ਦੀ ਉਸ ਵੇਲੇ ਸਤਿਗੁਰ ਨੇ ਮਹੀਨੇ ਦੀ ਤਨਖਾਹ ਜਿਹੜੇ ਫੌਜਦਾਰ ਸਨ ਉਹਨਾਂ ਦੀ 1-1 ਰੁਪਈਆ ਰੱਖੀ ਸੀ, ਜਿਹੜੇ 4-5 ਮੇਨ ਸਰਦਾਰ ਸਨ ਉਹਨਾਂ ਦੀ 5-5 ਰੁਪਈਏ ਤਨਖਾਹ ਸੀ। ਸਤਿਗੁਰੂ ਜੀ ਨੇ ਉਹਨਾਂ ਦੀ ਤਨਖਾਹ ਇਦਾਂ ਕਰਕੇ ਰੱਖੀ, ਕਹਿੰਦੇ ਜਿਨ੍ਹਾਂ ਦੀ ਤਨਖਾਹ ਥੋੜੀ ਹੈ ਉਹ ਦੁੱਗਣੀ ਤਨਖਾਹ ਲੈ ਲਓ, 1 ਰੁਪਈਏ ਵਾਲੇ 2 ਰੁਪਈਏ ਤਨਖਾਹ ਮਹੀਨੇ ਦੀ ਲੈ ਲਓ, ਜਿਨ੍ਹਾਂ ਦੀ 5 ਰੁਪਈਏ ਤਨਖਾਹ ਉਹ 10 ਰੁਪਈਏ ਲੈ ਲਓ, ਦੁੱਗਣੀ ਲੈ ਲਓ। ਉਹ ਕਹਿੰਦੇ ਨਹੀਂ ਸਤਿਗੁਰੂ ਜੀ ਸਾਨੂੰ ਲੋੜ ਹੀ ਨਹੀਂ ਬਸ ਕੰਮ ਦੀ, ਅਸੀਂ ਆਪਣਾ ਪਹਿਲਾਂ ਪਰਿਵਾਰ ਦਾ ਦੇਖਣਾ, ਬਾਅਦ ਵਿੱਚ ਕੰਮ ਕਾਜ। ਉਸ ਵਕਤ ਗੁਰੂ ਪਿਆਰਿਓ ਸਤਿਗੁਰੂ ਜੀ ਨੇ ਹੌਲੀ ਹੌਲੀ ਕਰਦਿਆਂ ਕਰਦਿਆਂ ਵੱਡਾ ਲਾਲਚ ਦਿੱਤਾ। ਕਹਿੰਦੇ 3 ਰੁਪਏ ਕਰ ਦਿੰਨੇ ਆ, 2 ਰੁਪਏ ਦੀ ਥਾਂ 3 ਗੁਣਾ ਕਰ ਦਿੰਨੇ ਤਨਖਾਹ। ਕਹਿੰਦੇ ਨਹੀਂ ਜੀ 4 ਗੁਣਾ ਕਰ ਦਿੰਨੇ ਆ। ਨਹੀਂ ਮੰਨੇ, ਕਰਦੇ ਕਰਦੇ ਸਤਿਗੁਰੂ ਜੀ 5 ਗੁਣਾ ਤੇ ਆ ਗਏ। ਜਿਹਦੀ 1 ਰੁਪਈਆ ਤਨਖਾਹ ਉਹ 5 ਰੁਪਏ ਲੈ ਲਓ, ਜਿਹਦੀ 5 ਰੁਪਏ ਤਨਖਾਹ 25 ਰੁਪਈਏ ਲੈ ਲਿਓ। ਉਸ ਵਕਤ ਉਹ ਮੰਨੇ ਨਹੀਂ। ਕਹਿੰਦੇ ਅਸੀਂ ਸਤਿਗੁਰੂ ਜੀ ਇਹ ਮਾਇਆ ਨੂੰ ਕੀ ਕਰਾਂਗੇ, ਸਾਨੂੰ ਮਾਇਆ ਦੀ ਨਹੀਂ ਲੋੜ, ਜਾਣ ਦੀ ਲੋੜ ਹੈ। ਪਰਿਵਾਰ ਦੇ ਵਿੱਚ ਜੋ ਸਮਾਗਮ ਰੱਖਿਆ, ਜੋ ਵਿਚਾਰ ਰੱਖੀ, ਉਹਦੇ ਮੁਤਾਬਕ ਅਸੀਂ ਪਹੁੰਚਣਾ ਚਾਹੁੰਦੇ, ਜਾਣਾ ਚਾਹੁੰਦੇ, ਜਾਣ ਦੀ ਆਗਿਆ ਦੇ ਦਿਓ। ਸਤਿਗੁਰੂ ਜੀ ਸਮਝ ਚੁੱਕੇ ਸਨ, ਇਹ ਮਾੜੀ ਨੀਅਤ ਲੈ ਕੇ ਪਹੁੰਚੇ ਨੇ, ਇਹਨਾਂ ਨੇ ਹੁਣ ਕਦਾਚਿਤ ਵੀ ਪਿੱਛੇ ਨਹੀਂ ਹਟਣਾ। ਜੋ ਮਨ ਵਿੱਚ ਧਾਰਨ ਕਰ ਚੁੱਕੇ ਨੇ ਉਹ ਤੇ ਪ੍ਰਾਪਤ ਕਰਕੇ ਹਟਣਗੇ। ਸਤਿਗੁਰੂ ਜੀ ਦੇ ਨਾਲ ਦਗਾ ਕਮਾਉਣ ਲੱਗੇ। ਬਾਕੀ ਸੰਗਤਾਂ ਨੇ, ਸਿੱਖਾਂ ਨੇ, ਸੇਵਕਾਂ ਨੇ ਸਮਝਾਇਆ, ਕਹਿੰਦੇ ਉਹ ਰਣ ਖੇਤਰ ਵਿੱਚ ਜੂਝ ਕੇ ਮਰੋਗੇ, ਸ਼ਹੀਦ ਕਹਾਏ ਜਾਵੋਗੇ, ਸੱਚੀ ਦਰਗਾਹ ਦੇ ਵਿੱਚ ਇੱਜ਼ਤ ਮਾਣ ਸਤਿਕਾਰ ਪ੍ਰਾਪਤ ਹੋਵੇਗਾ। ਜੇਕਰ ਫਤਿਹ ਪ੍ਰਾਪਤ ਹੋ ਗਈ, ਵੱਡੇ ਨਾਮ ਦੀ ਪ੍ਰਾਪਤੀ ਹੋਵੇਗੀ, ਚੰਗੀ ਤਨਖਾਹ ਮਿਲੇਗੀ, ਇੱਜ਼ਤ ਮਾਣ ਮਿਲੇਗਾ। ਜੇਕਰ ਇਦਾਂ ਤੁਸੀਂ ਜਾਣੇ ਹੋ ਨਾ ਤੇ ਬਹੁਤ ਵੱਡਾ ਤੁਹਾਡੇ ਸਨਮੁਖ ਕਲੰਕ ਲੱਗ ਜਾਣਾ, ਰਹਿੰਦੀ ਦੁਨੀਆ ਤੱਕ ਧੋਤਾ ਨਹੀਂ ਜਾਣਾ। ਉਹ ਕਲੰਕ, ਉਹ ਦਾਗ ਕਦਾਚਿਤ ਵੀ ਕਿਸੇ ਪ੍ਰਕਾਰ ਫਿੱਕਾ ਨਹੀਂ ਪਵੇਗਾ। ਬੜਾ ਸਮਝਾਇਆ। ਹੁਣ ਜਿਹੜੇ ਮਨੁੱਖ ਦੀ ਮਤ ਮਲੀਨ ਹੋ ਚੁੱਕੀ ਹੈ ਉਹਨੂੰ ਜਿੰਨਾ ਮਰਜ਼ੀ ਸਮਝਾਈ ਜਾਓ ਨਹੀਂ ਸਮਝੇਗਾ। ਉਹ ਕਹਿੰਦੇ ਆਪਣੀ ਮੇਨ ਮੁੱਖ ਗੱਲ ਰੱਖੇਗਾ। ਜਿੰਨਾ ਮਰਜ਼ੀ ਕੋਈ ਮਨੁੱਖ ਚੰਗਾ, ਸਿਆਣੇ ਤੋਂ ਸਿਆਣਾ ਮਨੁੱਖ ਹੋਵੇ, ਉਹਨੂੰ ਸਮਝਾਵੇ ਬਈ ਇਹ ਗੱਲ ਇਦਾਂ ਨਹੀਂ, ਇਦਾਂ ਹੋਣੀ ਚਾਹੀਦੀ, ਉਹ ਆਪਣੀ ਗੱਲ ਮੇਨ ਮੁੱਖ ਰੱਖੇਗਾ। ਨਹੀਂ ਤੁਸੀਂ ਬਈ ਝੂਠੇ ਹੋ, ਮੈਂ ਸੱਚਾ ਏ, ਇਦਾਂ ਉਹ ਆਪਣੀ ਮਤ ਨੂੰ, ਸੋਚ ਨੂੰ, ਵਿਚਾਰ ਨੂੰ ਕਾਇਮ ਰੱਖੇਗਾ। ਉਹ ਕਵੇਗਾ ਜਿਹੜੀ ਗੱਲ ਤੁਸੀਂ ਕਰਨੇ ਹੋ ਉਹ ਗੱਲ ਤੇ ਐਵੇਂ ਫਜ਼ੂਲ ਹੈ, ਝੂਠੀ ਹੈ, ਮੇਰੀ ਗੱਲ ਸੱਚੀ ਹੈ। ਮੂਰਖ ਮਤ ਦੀ ਜਿਹੜੀ ਵਿਚਾਰ ਉਹ ਆਪਣੀ ਮਤ ਤੇ, ਸੋਚ ਤੇ, ਆਪਣੀ ਵਿਚਾਰ ਤੇ ਟਿਕਿਆ ਰਹਿੰਦਾ, ਟਸ ਤੋਂ ਮਾਸ ਨਹੀਂ ਹੁੰਦਾ। ਮੂਰਖ ਮਨੁੱਖ ਦੀ ਨਿਸ਼ਾਨੀ ਹੈ। ਤੇ ਜਿਹੜਾ ਮਨੁੱਖ ਚੰਗਾ ਸਿਆਣਾ ਏ ਉਹ 2 ਗੱਲਾਂ ਕਹਿ ਕੇ ਕਹਿ ਦਿੰਦਾ ਚਲੋ ਭਾਈ ਠੀਕ ਹੈ, ਜਿਵੇਂ ਤੁਹਾਨੂੰ ਚੰਗਾ ਲੱਗਦਾ ਉਹ ਮੁਤਾਬਕ ਠੀਕ ਹੈ। ਤੇ ਜਿਹੜਾ ਮਨੁੱਖ ਨੀਚ ਹੈ, ਮਾੜੀ ਸੋਚ ਵਾਲਾ, ਮੂਰਖ ਹੈ, ਉਹ ਆਪਣੀ ਗੱਲ ਮੁੱਖ ਰੱਖੇਗਾ। ਫਿਰ ਤੇ ਸਤਿਗੁਰੂ ਦੀ ਗੁਰਬਾਣੀ ਵੀ ਕਹਿੰਦੀ ਹੈ ਇਦਾਂ ਦੇ ਮੂਰਖ ਮਨੁੱਖ ਦੇ ਨਾਲ ਮੱਥਾ ਮਾਰਨਾ ਚੰਗਾ ਨਹੀਂ ਹੈ। ਸਤਿਗੁਰੂ ਦੀ ਗੁਰਬਾਣੀ ਕਹਿੰਦੀ ਮੂਰਖ ਹੈ ਨਾਲ ਨਾ ਲੂਝੀਐ। ਮੂਰਖ ਬੰਦੇ ਨਾਲ ਲੂਝਣਾ ਮਾੜੀ ਗੱਲ ਹੈ। ਉਹਨਾਂ ਨਾਲ ਕਹਿੰਦੇ ਬਹੁਤਾ ਵਿਗਾੜ ਪਾਉਣਾ ਠੀਕ ਨਹੀਂ। ਇਸ ਕਰਕੇ ਉਹਨਾਂ ਤੋਂ ਪਾਸਾ ਹੀ ਵੱਟ ਲੈਣਾ ਚਾਹੀਦਾ। ਤੇ ਜਿਹੜਾ ਮਨੁੱਖ ਹੋਇਆ ਹੀ ਮੂਰਖ, ਉਹਦੀ ਮਤ ਹੋਈ ਮੂਰਖ, ਉਹਨੂੰ ਕਦਾਚਿਤ ਵੀ ਕਿਸੇ ਪ੍ਰਕਾਰ ਕੋਈ ਚੰਗੀ ਗਿਆਤ ਦੀ ਗੱਲ ਸੁਝਦੀ ਨਹੀਂ। ਫਿਰ ਉਸ ਮਨੁੱਖ ਤੋਂ ਲੈਣਾ ਕੀ ਹੈ, ਭਾਵ ਕੁਝ ਵੀ ਨਹੀਂ। ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਮਝ ਗਏ ਮੂਰਖ ਮਨੁੱਖ ਨੇ, ਇਹਨਾਂ ਨੇ ਆਪਣੀ ਗੱਲ ਹੁਣ ਮੁੱਖ ਰੱਖਣੀ ਹੈ। ਸਤਿਗੁਰੂ ਜੀ ਨੇ ਉਸ ਵਕਤ ਵਿਚਾਰ ਕੀਤੀ, ਇਹਨਾਂ ਨੇ ਜਾਣਾ ਜਿਵੇਂ ਕਿਵੇਂ ਕਰਕੇ ਜਾਣ ਦੀ ਮਨ ਵਿੱਚ ਠਾਣ ਲਈ ਹੈ। ਹੁਣ ਕਿਵੇਂ ਬਣੇਗਾ, ਕੀ ਵਿਚਾਰ ਬਣੇਗਾ, ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਕਿਵੇਂ ਸਤਿਗੁਰੂ ਜੀ ਇਹਨਾਂ ਨੂੰ ਛੁੱਟੀ ਦਿੰਦੇ ਆ ਜਾਂ ਫਿਰ ਉਹ ਸਤਿਗੁਰ ਦੇ ਕਹਿਣ ਤੇ ਜ਼ੋਰ ਪਾਉਣ ਤੇ ਰਹਿੰਦੇ ਆ, ਨਹੀਂ ਰਹਿੰਦੇ, ਕੀ ਵਿਚਾਰ ਬਣਦੀ ਅੱਗੇ ਆਪਾਂ ਕੱਲ ਨੂੰ ਸਰਵਣ ਵਿਚਾਰ ਕਰਾਂਗੇ ਕਥਾ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ ਪਿਆਰਿਓ।
ਗੁਰੂ ਚਰਨਾਂ ਦੇ ਵਿੱਚ ਵਿਚਾਰ ਕਰਦਿਆਂ, ਕਥਾ ਕਰਦਿਆਂ ਅਨੇਕ ਪ੍ਰਕਾਰ ਦੀਆਂ ਤਮਾਮ ਗਲਤੀਆਂ, ਖਰਬਾਦਾ ਘਾਟਾ ਸਤਿਗੁਰੂ ਜੀ ਭੁੱਲ ਚੁੱਕ ਮਾਫ ਕਰਨ। ਹੁਣ ਇਹਨਾਂ 500 ਫੌਜਦਾਰਾਂ ਦੇ ਜਿਹੜੇ ਮੇਨ ਕਮਾਂਡਰ ਨੇ, ਮੇਨ ਫੌਜਦਾਰ ਨੇ ਭੀਖਣ ਖਾਂ, ਉਸ ਤੋਂ ਉਪਰੰਤ ਹਿਆਦ ਖਾਂ, ਨਿਜਾਬਤ ਖਾਂ, ਹੋਰ ਜਿਹੜੇ ਨੇ, ਉਸ ਵਕਤ ਇਹਨਾਂ ਨੇ ਮਨ ਵਿੱਚ ਠਾਣ ਲਈ ਕਿ ਸਤਿਗੁਰ ਦੇ ਸਨਮੁਖ ਰਹਿਣਾ ਹੀ ਨਹੀਂ। ਹੁਣ ਜਿਹੜੇ ਮੇਨ ਆਪ ਵਿਗੜ ਚੁੱਕੇ ਨੇ, ਬਾਕੀ ਦੇ ਪਿੱਛੇ ਦੇ ਵਿਗੜਨ ਲੱਗਿਆਂ ਨੇ ਦੇਰੀ ਨਹੀਂ ਲਾਉਣੀ, ਉਹ ਤੇ ਜਾਣਗੇ ਉੱਦਾਂ ਹੀ ਫਿਰ ਕਰਨਗੇ। ਇਸ ਕਰਕੇ ਉਹਨਾਂ ਨੇ ਵਿਚਾਰ ਮਨ ਵਿੱਚ ਠਾਣ ਲਈ ਹੁਣ ਜਾਣਾ ਹੀ ਹੈ। ਕਿਵੇਂ ਜਾਂਦੇ, ਕੀ ਵਿਚਾਰ ਹੁੰਦੀ ਅੱਗੇ। ਔਰ ਪਹਿਲੀ ਜੰਗ ਯੁੱਧ ਹੈ ਨਾ ਜਿਹੜੀ ਭੰਗਾਣੀ ਦੀ, ਉਹ ਕਿਵੇਂ ਕਰਕੇ ਜੂਝਦੇ ਨੇ ਸਤਿਗੁਰ ਦੇ ਸਿੱਖ, ਆਮ ਗੁਰੂ ਦੇ ਸਿੱਖ ਹੈ ਜਿਹੜੇ ਲੰਗਰਾਂ ਵਿੱਚ ਸੇਵਾ ਕਰਨ ਵਾਲੇ ਨੇ, ਘੋੜਿਆਂ ਦੀ ਲਿੱਦ ਚੁੱਕਣ ਵਾਲੇ ਨੇ। ਉਸ ਵਕਤ ਉਹਨਾਂ ਸਿੱਖਾਂ ਨੇ ਕਿਵੇਂ ਰਣ ਖੇਤਰ ਦੇ ਵਿੱਚ ਧੜਥਲ ਮਚਾਉਣੀ ਹੈ। ਵੱਡੀ ਗਿਣਤੀ ਦੀ ਫੌਜ, ਫਤਿਹ ਸ਼ਾਹ ਦੀ ਫੌਜ, ਉਹਨਾਂ ਨੂੰ ਰਣ ਖੇਤਰ ਅੰਦਰ ਕਿਵੇਂ ਮਿੱਟੀ ਵਿੱਚ ਮਿਲਾ ਕੇ ਮੌਤ ਦੇ ਘਾਟ ਉਤਾਰਨਾ। ਇਧਰੋਂ ਸਤਿਗੁਰੂ ਜੀ ਇੱਕ ਇੱਕ ਤੀਰ ਛੱਡ ਕੇ ਕਈ ਕਈ ਪਾਪੀਆਂ ਦੇ ਸਰੀਰ ਨੂੰ ਕਿਵੇਂ ਬਿੰਨ ਕੇ ਰੱਖਦੇ ਨੇ, ਕਿਵੇਂ ਨਰਕਾਂ ਵਿੱਚ ਬਚਾਉਂਦੇ ਨੇ। ਰਹਿੰਦੀ ਵਿਚਾਰ ਆਪਾਂ ਅੱਗੇ ਸਰਵਣ ਕਰਾਂਗੇ ਪਿਆਰਿਓ। ਆਓ ਅੱਜ ਦੀ ਵਿਚਾਰ ਇੱਥੋਂ ਤੱਕ ਪ੍ਰਵਾਨ ਕਰਨੀ। ਗੁਰੂ ਚਰਨਾਂ ਵਿੱਚ 6 ਪੌੜੀਆਂ ਸ਼੍ਰੀ ਨਾਮ ਸਾਹਿਬ ਦੀਆਂ ਜਾਪ ਕਰਦੇ ਹਾਂ। ਉਪਰੰਤ ਅਰਦਾਸ ਬੇਨਤੀ ਜੋਦੜੀ ਵਿੱਚ ਸ਼ਾਮਲ ਹੋਈਏ। ਸਤਿਗੁਰੂ ਜੀ ਕਿਰਪਾ ਕਰਦੇ ਨੇ।